ਧਰਨੇ ਤੇ ਬੈਠੇ ਪਹਿਲਵਾਨਾਂ ਨੂੰ ਮਿਲਣਗੇ ਖੇਡ ਮੰਤਰੀ ਅਨੁਰਾਗ ठाकुर। ਅੱਜ ਰਾਤ ਦਿੱਲੀ ਪਰਤਦੇ ਹੀ ਹੋਵੇਗੀ ਮੁਲਾਕਾਤ। ਰੈਸਲਿੰਗ ਫੈਡਰੇਸ਼ਨ ਦੇ ਖਿਲਾਫ ਖੋਲਿਆ ਗਿਆ ਹੈ ਪਹਿਲਵਾਨਾਂ ਦੇ ਵੱਲੋਂ ਮੋਰਚਾ। ਅਫਸਰਾਂ ਦੇ ਨਾਲ ਬੇਨਤੀਜਾ ਰਹੀ ਸੀ ਗੱਲਬਾਤ। सीएम ਦੇ ਐਲਾਨ ਤੋਂ ਬਾਅਦ ਵੀ ਨੋਟੀਫਿਕੇਸ਼ਨ ਮੁਆਵਜ਼ੇ ਤੇ ਮੁਕੱਦਮਿਆਂ ਨੂੰ ਲੈ ਕੇ ਅੜਿਆ ਸਾਂਝਾ ਮੋਰਚਾ। ਜ਼ਿਲ੍ਹਾ ਦੇ ਵਿੱਚ ਧਰਨਾ ਜਾਰੀ ਰੱਖਣ ਦਾ ਐਲਾਨ। ਪਠਾਨਕੋਟ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਵਰੇ ਰਾਹੁਲ ਗਾਂਧੀ ਬੋਲੇ ਸੀਐਮ ਭਗਵੰਤ ਮਾਨ ਦਾ ਕਰਦਾ ਹਾਂ ਆਦਰ, ਪਰ ਦਿੱਲੀ ਤੋਂ ਨਾ ਚੱਲੇ ਪੰਜਾਬ। ਰਾਹੁਲ ਨੇ ਬੀਜੇਪੀ ਦੀਆਂ ਨੀਤੀਆਂ ਦੇ ਉੱਤੇ ਵੀ ਚੁੱਕੇ ਸਵਾਲ। ਰਾਹੁਲ ਗਾਂਧੀ ਦੇ ਸਾਹਮਣੇ ਟਕਸਾਲੀ ਕਾਂਗਰਸੀਆਂ ਨੇ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਦੇ ਖਿਲਾਫ ਚੁੱਕੀ ਆਵਾਜ਼। ਵੜਿੰਗ ਬਾਜਵਾ ਤੇ ਰੰਧਾਵਾ ਬੋਲੇ ਪੈਰਾਸ਼ੂਟ ਆਗੂ ਨਹੀਂ ਚੱਲਣਗੇ, ਮੌਕਾ ਪ੍ਰਸਤਾਂ ਤੋਂ ਕਾਂਗਰਸ ਨੂੰ ਬਚਾਓ। ਨਿੱਜੀ ਕਾਰਨਾਂ ਕਰਕੇ ਅਮਿਤ ਸ਼ਾਹ ਦੀ ਪੰਜਾਬ ਫੇਰੀ ਮੁਲਤਵੀ। 29 ਜਨਵਰੀ ਨੂੰ ਪਟਿਆਲਾ ਆਉਣ ਦਾ ਸੀ ਪ੍ਰੋਗਰਾਮ। ਸ਼ਾਹ ਦੇ ਦੌਰੇ ਦੀਆਂ ਨਵੀਆਂ ਤਰੀਕਾਂ ਦਾ ਜਲਦ ਹੋਵੇਗਾ ਐਲਾਨ। ਟੀਚਰ ਟ੍ਰੇਨਿੰਗ ਦੇ ਲਈ ਸਿੰਗਾਪੁਰ ਜਾਣਗੇ ਪੰਜਾਬ ਦੇ ਪ੍ਰਿੰਸੀਪਲ। ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ। 4 ਫਰਵਰੀ ਨੂੰ 36 ਪ੍ਰਿੰਸੀਪਲ ਭੇਜੇ ਜਾਣਗੇ ਸਿੰਗਾਪੁਰ। ਸਿਰਸਾ ਦੇ ਵਿੱਚ ਐਨਕਾਊਂਟਰ ਤੋਂ ਬਾਅਦ ਪੁਲਿਸ ਨੇ ਇੱਕ ਬਦਮਾਸ਼ ਨੂੰ ਕੀਤਾ ਕਾਬੂ। ਕਾਲਾਵਾਲੀ ਦੇ ਵਿੱਚ 2 ਵਿਅਕਤੀਆਂ ਦੇ ਕਤਲ ਦੇ ਵਿੱਚ ਸ਼ਾਮਲ ਸੀ ਮੁਲਜ਼ਮ। ਬੀਤੇ ਦਿਨੀ ਹੋਈ ਸੀ ਗੈਂਗਵਾਰ। ਕਰਨਾਲ ਦੇ ਵਿੱਚ ਸੈਲਫੀ ਦੇ ਚੱਕਰ 'ਚ ਗਈ 2 ਨੌਜਵਾਨਾਂ ਦੀ ਜਾਨ। ਟ੍ਰੇਨ ਦੀ ਲਪੇਟ ਦੇ ਵਿੱਚ ਆਉਣ ਕਾਰਨ ਹੋਈ ਮੌਤ। ਰਿਸ਼ਤੇਦਾਰੀ 'ਚ ਭਰਾ ਨੇ ਦੋਵੇਂ ਮ੍ਰਿਤਕ। ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੀ ਅੰਗੇਜਮੈਂਟ। ਰਾਧਿਕਾ ਮਰਚੈਂਟ ਦੇ ਨਾਲ ਹੋਈ ਮੰਗਣੀ। ਐਂਟੀਲੀਆ 'ਚ ਨਿਭਾਈਆਂ ਗਈਆਂ ਰਸਮਾਂ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਕੋਈ ਸਿਆਸੀ ਵੱਡਾ ਸਿਆਸੀ ਆਗੂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਚਲਿਆ ਜਾਵੇ, ਖੂਬ ਚਰਚਾ ਦਾ ਵਿਸ਼ਾ ਹੋਵੇ ਤੇ ਖੂਬ ਉਸ ਨੂੰ ਲੈ ਕੇ ਸਿਆਸੀ ਬਿਆਨ ਆਉਣ। ਅਸੀਂ ਗੱਲ ਮਨਪ੍ਰੀਤ ਬਾਦਲ ਦੀ ਕਰ ਰਹੇ ਹਾਂ। ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਪੰਜਾਬ ਦੀ ਸਿਆਸਤ ਤੋਂ ਹੀ। ਸਿਆਸਤ ਮਨਪ੍ਰੀਤ ਬਾਦਲ ਨੂੰ ਲੈ ਕੇ ਜੋ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਮਨਪ੍ਰੀਤ ਬਾਦਲ ਨੇ, ਉਹਨਾਂ ਦੇ ਲੈ ਕੇ ਪੰਜਾਬ ਦੀ ਸਿਆਸੀ ਫਿਜ਼ਾ 'ਚ ਖੂਬ ਚਰਚਾ ਹੋ ਰਹੀ ਹੈ ਤੇ ਮਨਪ੍ਰੀਤ ਵਿਰੋਧੀਆਂ ਦੇ ਖੂਬ ਨਿਸ਼ਾਨੇ ਉੱਤੇ ਵੀ ਨੇ। ਤੇ ਤੰਜ ਕੱਸਿਆ ਮੁੱਖ ਮੰਤਰੀ ਭਗਵੰਤ ਮਾਨ ਨੇ। ਬਰਨਾਲਾ ਪਹੁੰਚੇ ਸੀਐਮ ਨੇ ਸਾਬਕਾ ਸਰਕਾਰਾਂ ਨੂੰ ਘੇਰਦੇ ਹੋਏ ਜ਼ਿਕਰ ਖਜ਼ਾਨੇ ਤੇ ਖਜ਼ਾਨਾ ਖਾਲੀ ਹੋਣ ਵਾਲੀ ਗੱਲ ਦਾ ਕੀਤਾ ਤਾਂ ਬਿਨਾਂ ਨਾਮ ਲਏ ਮਨਪ੍ਰੀਤ ਬਾਦਲ ਦੇ ਬੀਜੇਪੀ 'ਚ ਜਾਣ ਦੇ ਉੱਤੇ ਤਿੱਖਾ ਤੰਜ ਵੀ ਕੱਸ ਦਿੱਤਾ। ਉਹ ਖਜ਼ਾਨੇ ਵਾਲੇ ਤਾਂ ਗੱਲ ਕਿਧਰੇ ਹੋਰ ਤੁਰੇ ਫਿਰਦੇ ਸੀ, ਹੁਣ ਉਹਨਾਂ ਦਾ ਵੀ ਕਰੂ ਖਾਲੀ। ਕਿਸੇ ਬੰਦੇ ਦਾ ਪੈੜਾ ਹੀ ਹੁੰਦਾ ਹੈ। ਉਧਰ ਪਠਾਨਕੋਟ 'ਚ ਮਨਪ੍ਰੀਤ ਬਾਦਲ ਦੇ ਪੁਰਾਣੇ ਸਾਥੀ ਪ੍ਰਤਾਪ ਬਾਜਵਾ ਨੇ ਵੀ ਮਨਪ੍ਰੀਤ ਨੂੰ ਘੇਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਜਿਹੜਾ ਕੱਲ ਗਿਆ ਇਹਦੇ ਤਾਏ ਨੇ ਤੇ ਖਾਕੀ ਰੰਗ ਦੀ ਨਿੱਕਰ ਪਜਾਮੇ ਦੇ ਥੱਲੇ ਪਾਈ ਸੀ, ਇਹਨੇ ਤੇ ਹੁਣ ਪਜਾਮੇ ਦੇ ਉੱਤੋਂ ਦੀ ਪਾ ਲਈ। ਇਹ ਸਾਡੀ ਪਹਿਲੇ ਅਕਾਲੀ ਦਲ ਦਾ ਫਾਈਨੈਂਸ ਮਿਨਿਸਟਰ ਸੀ, ਉਹਨਾਂ ਦਾ ਭੋਗ ਪਾਇਆ, ਫਿਰ ਇਹ ਸਾਡਾ ਪਾ ਗਿਆ। ਹੁਣ ਇਹ ਅੰਤਮ ਅਰਦਾਸ ਕਰਨ ਵਾਸਤੇ ਭਾਜਪਾ ਦੀ ਉੱਥੇ ਪਹੁੰਚ ਗਿਆ। ਉਧਰ ਨਵੇਂ ਭਾਜਪਾਈ ਬਣੇ ਮਨਪ੍ਰੀਤ ਬਾਦਲ ਦਿੱਲੀ ਦੇ ਵਿੱਚ ਸਰਗਰਮ ਨਜ਼ਰ ਆਏ ਤੇ ਮੁਲਾਕਾਤ ਅਮਿਤ ਸ਼ਾਹ ਦੇ ਨਾਲ ਵੀ ਕੀਤੀ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਵੀ। ਤਾਂ ਮਨਪ੍ਰੀਤ ਬਾਦਲ ਖੂਬ ਚਰਚਾ ਦੇ ਵਿੱਚ ਨੇ। ਉਧਰ ਪਠਾਨਕੋਟ ਦੀ ਰੈਲੀ ਦੇ ਵਿੱਚ ਆਪਣੇ ਆਗੂ ਦੇ ਸਾਹਮਣੇ ਸੂਬਾ ਕਾਂਗਰਸ ਦੇ ਆਗੂਆਂ ਨੇ ਵੀ ਲੱਛੇਦਾਰ ਗੱਲਾਂ ਕਰਨ ਦਾ ਮੌਕਾ ਨਹੀਂ ਛੱਡਿਆ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਤਾਂ ਰਾਹੁਲ ਗਾਂਧੀ ਨੂੰ 2024 ਦੇ ਵਿੱਚ ਪ੍ਰਧਾਨ ਮੰਤਰੀ ਬਣਾਉਣ ਦਾ ਦਾਅਵਾ ਵੀ ਕਰ ਦਿੱਤਾ, ਪਰ ਨਾਲ ਹੀ ਰਾਹੁਲ ਤੋਂ ਇੱਕ ਵਾਅਦਾ ਵੀ ਲੈ ਲਿਆ। ਜੋ ਵਾਅਦਾ ਕਰਕੇ ਜਾਇਓ ਇੱਥੇ, ਜਦੋਂ 24 ਦੇ ਵਿੱਚ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਬਣਾਣਾ ਸੀ, ਕਿਸੇ ਹੋਰ ਨੂੰ ਨਹੀਂ ਜੇ ਬਣਾਣਾ। ਇਹ ਨਾ ਹੋਏ ਅਸੀਂ ਜਿਤਾ ਕੇ ਕੱਲੀਏ, ਤੁਸੀਂ ਕਹੋਣਾ ਦੂਜੇ ਨੂੰ ਬਣਾ ਦਿਓ, ਅਸੀਂ ਨਹੀਂ ਜੇ ਬਣਨਾ। ਇਹ ਗੱਲ ਸਟੇਜ ਤੋਂ ਸੁਣ ਲਓ, ਪ੍ਰਧਾਨ ਮੰਤਰੀ ਤੁਸੀਂ ਹੀ ਰਹੋਗੇ। ਬਾਜਵਾ ਤੋਂ ਪਹਿਲਾਂ ਸਾਬਕਾ ਸੀਐਮ ਚੰਨੀ ਨੇ ਰਾਹੁਲ ਦੀ ਸ਼ਾਨ ਦੇ ਵਿੱਚ ਕਸੀਦੇ ਪੜ੍ਹੇ ਅਤੇ ਉਹਨਾਂ ਨੂੰ ਗੁਰੂਆਂ ਦੇ ਫਲਸਫੇ ਤੇ ਤੁਰਨ ਵਾਲੀ ਸ਼ਖਸੀਅਤ ਵੀ ਕਰਾਰ ਦੇ ਦਿੱਤਾ। ਇੱਕ ਕ੍ਰਾਂਤੀ ਦਾ ਨਾਮ ਰਾਹੁਲ ਗਾਂਧੀ ਹੈ। ਹਰ ਕਿਸੇ ਨੂੰ ਬਰਾਬਰਤਾ ਦੇ ਹੱਕ ਦੇਣ ਵਾਲਾ ਲੀਡਰ, ਇੱਕ ਸਮਾਜਵਾਦੀ ਲੀਡਰ,
ਜੋ ਪਿਆਰ ਵੰਡਦਾ ਹੈ, ਜੋ ਨਫ਼ਰਤ ਨੂੰ ਪਿੱਛੇ ਧੱਕਦਾ ਹੈ, ਜੋ ਤਪਸਵੀ ਹੈ, ਇੱਕ ਨਿਸ਼ਚੈ ਕਰਕੇ ਨਿਕਲਿਆ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਰਾਹੁਲ ਦੀ ਇਸ ਯਾਤਰਾ ਨੂੰ ਇਤਿਹਾਸਿਕ ਦੱਸਿਆ ਤੇ ਦਾਅਵਾ ਕੀਤਾ ਕਿ ਇਹ ਯਾਤਰਾ ਇਤਿਹਾਸ ਰਚੇਗੀ। ਇਹ ਰੈਲੀ ਔਰ ਅੱਜ ਦਾ ਦਿਨ ਬੜਾ ਇਤਿਹਾਸਕ ਹੈ। ਇਹ ਕਾਂਗਰਸ ਪਾਰਟੀ ਤੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਦਰਜ ਹੋਣਾ ਹੈ। ਕਾਂਗਰਸ ਦੇ ਆਗੂਆਂ ਦੀਆਂ ਤਕਰੀਰਾਂ ਦੇ ਵਿੱਚ ਜਿੱਥੇ ਹਾਈ ਕਮਾਂਡ ਦੀਆਂ ਤਾਰੀਫਾਂ ਨਜ਼ਰ ਆਈਆਂ ਤਾਂ ਉੱਥੇ ਹੀ ਕਿਤੇ ਨਾ ਕਿਤੇ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਦਰਦ ਵੀ ਝਲਕ ਗਿਆ। ਤਾਂ ਯਾਤਰਾ ਆਖਰੀ ਦਿਨ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਸੀ ਤੇ ਪਠਾਨਕੋਟ ਤੋਂ ਬਾਅਦ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਦਾਖਲ ਹੋ ਗਏ ਅਤੇ ਯਾਤਰਾ ਦੇ ਆਖਰੀ ਦਿਨ ਪਠਾਨਕੋਟ ਦੇ ਵਿੱਚ ਪ੍ਰਬੰਧਿਤ ਰੈਲੀ 'ਚ ਰਾਹੁਲ ਗਾਂਧੀ ਬੀਜੇਪੀ ਤੇ ਜੰਮ ਕੇ ਵਰੇ। ਰਾਹੁਲ ਨੇ ਕਿਹਾ ਕਿ ਬੀਜੇਪੀ ਦੀਆਂ ਨੀਤੀਆਂ ਡਰ ਪੈਦਾ ਕਰ ਰਹੀਆਂ ਨੇ ਅਤੇ ਦੇਸ਼ 'ਚ ਡਰ ਦੇ ਮਾਹੌਲ 'ਚ ਨਫ਼ਰਤ ਫੈਲਾਉਣਾ ਸੌਖਾ ਹੈ। ਇਸ ਦੇ ਨਾਲ ਹੀ ਰਾਹੁਲ ਦੇ ਨਿਸ਼ਾਨੇ ਤੇ ਪੰਜਾਬ ਸਰਕਾਰ ਵੀ ਰਹੀ ਅਤੇ ਮੁੜ ਦੁਹਰਾਇਆ ਕਿ ਪੰਜਾਬ ਆਰਸੀ ਯਾਨੀ ਰਿਮੋਟ ਕੰਟਰੋਲ ਦੇ ਨਾਲ ਨਹੀਂ ਚੱਲੇਗਾ। ਨਾਲ ਹੀ ਉਹਨਾਂ ਪੰਜਾਬੀਆਂ ਦਾ ਦਿਲਦਾਰੀ ਦੇ ਲਈ ਸ਼ੁਕਰੀਆ ਅਦਾ ਵੀ ਕੀਤਾ। आम आदमी पार्टी से कांग्रेस पार्टी पंजाब में लड़ेगी, हम आपको हराएंगे। मगर अगर ये किसान कहे रिमोट कंट्रोल सरकार है और मैं पूछूं रिमोट कंट्रोल मतलब और वो कहे राघव चड्ढा मतलब आरसी, तो ये सही बात नहीं। पंजाब को पंजाब से चलाना चाहिए। ਰਾਹੁਲ ਦੇ ਨਾਲ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਬੀਜੇਪੀ ਤੇ ਤਿੱਖੇ ਹਮਲੇ ਬੋਲੇ ਤੇ ਰਾਹੁਲ ਦੀ ਸ਼ਲਾਘਾ ਹੋਈ। बीजेपी घबराई है और वो हमेशा कुछ ना कुछ कांग्रेस के खिलाफ, हमारे खिलाफ बोलते ही रहते हैं और उनको कोई देश की भलाई के लिए काम करना नहीं है। सिर्फ चुनाव कैसे जीतना इसके तरफ उनका ज्यादा ध्यान है। लोगों के समस्याओं ਇਸ ਰੈਲੀ ਤੋਂ ਬਾਅਦ ਯਾਤਰਾ ਜੰਮੂ ਦੇ ਵਿੱਚ ਦਾਖਲ ਹੋਈ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਯਾਤਰਾ ਦਾ ਝੰਡਾ ਜੰਮੂ ਕਸ਼ਮੀਰ ਦੇ ਕਾਂਗਰਸੀ ਆਗੂਆਂ ਨੂੰ ਸੌਂਪਿਆ। ਤਾਂ ਭਾਰਤ ਜੋੜੋ ਯਾਤਰਾ ਜਾਰੀ ਹੈ, ਜੰਮੂ ਕਸ਼ਮੀਰ ਦੇ ਵਿੱਚ ਦਾਖਲ ਹੋ ਚੁੱਕੀ ਹੈ। ਖੈਰ ਜਦੋਂ ਵੱਡੇ ਸਿਆਸੀ ਆਗੂ ਸੂਬੇ ਦੇ ਵਿੱਚ ਹੋਣ ਤੇ ਵੱਡੇ ਸਿਆਸੀ ਆਗੂਆਂ ਦੇ ਸਾਹਮਣੇ ਜ਼ਿਕਰ ਪ੍ਰਧਾਨ ਮੰਤਰੀ ਬਣਾਉਣ ਤੱਕ ਦਾ ਕਰ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦੇ ਤੇ ਗੱਲ ਜ਼ੀਰਾ ਫੈਕਟਰੀ ਦੇ ਬਾਹਰ ਲੱਗੇ ਮੋਰਚੇ ਦੀ। ਜ਼ੀਰਾ ਦੇ ਵਿੱਚ ਸਾਂਝੇ ਮੋਰਚੇ ਦੇ ਵੱਲੋਂ ਧਰਨੇ ਨੂੰ ਫਿਲਹਾਲ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਤੇ ਧਰਨੇ ਤੇ ਬੈਠੀਆਂ ਧਿਰਾਂ ਨੇ ਧਰਨਾ ਖਤਮ ਕਰਨ ਦੇ ਲਈ ਸਰਕਾਰ ਦੇ ਅੱਗੇ ਹੁਣ ਸ਼ਰਤਾਂ ਰੱਖੀਆਂ ਨੇ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਫੈਕਟਰੀ ਬੰਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਪ੍ਰਦਰਸ਼ਨਕਾਰੀਆਂ ਤੇ ਦਰਜ ਕੇਸ ਰੱਦ ਕਰਨ ਦੀ ਮੰਗ ਵੀ ਰੱਖੀ। ਮੋਰਚੇ ਨੇ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਫੈਕਟਰੀ ਦੇ ਮਜ਼ਦੂਰਾਂ ਨੂੰ 3 ਤੋਂ 5 ਲੱਖ ਰੁਪਏ ਤੱਕ ਮੁਆਵਜ਼ੇ ਦੀ ਵੀ ਮੰਗ ਰੱਖੀ ਹੈ। ਇਸ ਤੋਂ ਇਲਾਵਾ ਫੈਕਟਰੀ ਮਾਲਕ ਖਿਲਾਫ ਕੇਸ ਦਰਜ ਕਰਨ ਅਤੇ ਫੈਕਟਰੀ ਤੇ 500 ਕਰੋੜ ਦਾ ਜੁਰਮਾਨਾ ਲਗਾਉਣ ਦੇ ਨਾਲ ਫੈਕਟਰੀ ਦੇ ਸਾਰੇ ਖਾਤੇ ਸੀਲ ਕਰਨ ਦੀ ਮੰਗ ਵੀ ਮੋਰਚੇ ਨੇ ਰੱਖੀ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮਾਲ ਬਰੋਜ ਫੈਕਟਰੀ ਜਿਹੜੀ ਪਿੰਡ ਮਸੂਰਵਾਲ ਕਲਾਂ ਵਿਖੇ ਲੱਗੀ ਹੋਈ ਹੈ ਉਹਦੇ ਤਿੰਨੇ ਯੂਨਿਟ ਸਾਰੇ ਯੂਨਿਟ ਬੰਦ ਕੀਤੇ ਜਾਣ। ਧਰਨਾਕਾਰੀਆਂ ਦੀਆਂ ਜ਼ਮੀਨਾਂ ਜਿਹੜੀਆਂ ਇਹਨਾਂ ਨੇ ਸਾਡੀਆਂ ਫਰਦਾਂ ਹਾਈ ਕੋਰਟ ਦਿੱਤੀਆਂ ਹੋਈਆਂ ਹਨ ਉਹ ਸਾਨੂੰ ਵਾਪਸ ਕੀਤੀਆਂ ਜਾਣ। ਪੀੜਤ ਲੋਕਾਂ ਦੇ ਵਿਸ਼ੇਸ਼ ਕਾਰਡ ਬਣਾਏ ਜਾਣ ਕਿਉਂਕਿ ਜਿੱਥੋਂ ਮਰਜ਼ੀ ਜਾ ਕੇ ਇਲਾਜ ਮੁਫਤ ਕਰਵਾ ਸਕਣ। ਉਧਰ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਹਮਦਰਦੀ ਦੇ ਨਾਲ ਸੁਣੇ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ। ਵੱਡੀ ਪਹਿਲ ਕਰਦੇ ਹੋਏ ਸ਼ਰਾਬ ਫੈਕਟਰੀ ਬੰਦ ਕਰਨ ਦਾ ਹੀ ਫੈਸਲਾ ਲੈ ਲਿਆ ਤਾਂ ਮੈਨੂੰ ਲੱਗਦਾ ਬਾਕੀ ਚੀਜ਼ਾਂ ਤੇ ਬਹੁਤ ਛੋਟੀਆਂ ਹੈ ਔਰ ਡੈਫੀਨਿਟਲੀ ਕਿਸਾਨਾਂ ਦੇ ਪ੍ਰਤੀ ਬਹੁਤ ਹਮਦਰਦੀ ਨਾਲ ਸਿੰਪਥੈਟਿਕਲੀ ਸਰਕਾਰ ਹਰੇਕ ਇਸ਼ੂ ਨੂੰ ਜਿਹੜਾ ਹੈ ਉਹ ਐਡਰੈਸ ਕਰੂ। ਕਿਸਾਨ ਸਰਕਾਰ ਤੋਂ ਲਿਖਤੀ ਦਸਤਾਵੇਜ਼ ਮੰਗ ਰਹੇ ਨੇ ਅਤੇ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੌਰ ਕੀਤਾ ਜਾਵੇਗਾ, ਪਰ ਦੇਖਣਾ ਹੋਏਗਾ ਕਿ ਹੱਲ ਨਿਕਲਦਾ ਕਦੋਂ ਹੈ। ਨਿਕਲਦਾ ਕਦੋਂ ਹੈ ਤੇ ਹੱਲ ਨਿਕਲਦਾ ਕਿਵੇਂ ਹੈ, ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਹੈ। ਖੈਰ ਫੈਕਟਰੀ ਬੰਦ ਕਰਨ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਨੇ ਤਾਂ ਐਲਾਨ ਕਰ ਦਿੱਤਾ ਪਰ ਲਿਖਤ ਭਰੋਸਾ ਮੰਗਿਆ ਜਾ ਰਿਹਾ ਹੈ ਮੋਰਚੇ ਦੇ ਵੱਲੋਂ। ਖੈਰ ਜਦੋਂ ਸੀਐਮ ਦੇ ਐਲਾਨ ਤੋਂ ਬਾਅਦ ਵੀ ਧਰਨਾ ਜਾਰੀ ਰਹੇ ਤੇ ਲਿਖਤ ਭਰੋਸਾ ਮੰਗਿਆ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਪੰਜਾਬ ਦੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਨੂੰ ਸਿੰਗਾਪੁਰ ਭੇਜਣ ਦਾ ਐਲਾਨ ਕੀਤਾ। ਪ੍ਰਿੰਸੀਪਲ ਜਾ ਰਹੇ ਨੇ ਸਿੰਗਾਪੁਰ।
ਬਰਨਾਲਾ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਬਣਾਉਣ ਦੀ ਗੱਲ ਕਹੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬਰਨਾਲਾ ਦੇ ਵਿੱਚ ਨਰਸਿੰਗ ਸਕੂਲ ਬਣਵਾਉਣਗੇ, ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣਗੇ, ਜਿਸ ਦੇ ਲਈ ਪੰਜਾਬ ਦੇ ਸਕੂਲਾਂ ਦੇ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜਿਆ ਜਾਵੇਗਾ। 36 ਪ੍ਰਿੰਸੀਪਲ ਭੇਜ ਰਹੇ ਆ ਸਿੰਗਾਪੁਰ। ਹੋ ਗਿਆ ਸਾਰਾ ਕਾਗਜ਼ੀ ਕਾਰਵਾਈ ਪੂਰੀ। 36 ਪ੍ਰਿੰਸੀਪਲ ਟ੍ਰੇਨਿੰਗ ਲੈਣ ਲਈ ਭੇਜ ਰਹੇ ਆ ਕਿ ਨਵੇਂ ਤਰੀਕੇ ਨਾਲ ਪੜ੍ਹਾਈ ਕਿਵੇਂ ਕਰਾਈ ਜਾਂਦੀ ਹੈ। ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਆਉਣਗੇ, ਇੱਥੇ ਆ ਕੇ ਆਪਣੇ ਸਟਾਫ ਨੂੰ ਟ੍ਰੇਨਿੰਗ ਦੇਣਗੇ। ਕੁਆਲਿਟੀ ਐਜੂਕੇਸ਼ਨ ਦੇਈਏ ਪਹਿਲਾਂ ਤਾਂ ਆਪਾਂ। ਸਾਨੂੰ ਤਾਂ ਹੁਣ ਤੱਕ ਫੀਸ ਮਾਫੀ ਦੀਆਂ ਅਰਜ਼ੀਆਂ ਸਿਖਾਈ ਗਏ ਨੇ। ਸੀਐਮ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ 36 ਪ੍ਰਿੰਸੀਪਲਸ ਨੂੰ ਉਹ 4 ਫਰਵਰੀ ਨੂੰ ਸਿੰਗਾਪੁਰ ਭੇਜ ਰਹੇ ਨੇ। ਨਾਲ ਹੀ ਸੀਐਮ ਨੇ ਪੰਜਾਬ ਦੇ ਵਿੱਚ ਨਵੀਂ ਸਨਅਤ ਲਗਾਉਣ ਤੇ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਵੀ ਗੱਲ ਕਹੀ। ਖੈਰ, ਜੇਕਰ ਟੀਚਰ ਸਿੰਗਾਪੁਰ ਜਾਣਗੇ, ਉੱਥੇ ਦੇ ਐਜੂਕੇਸ਼ਨ ਸਿਸਟਮ ਦੇ ਜ਼ਰੀਏ ਉਸ ਨੂੰ ਸਮਝਣ ਤੇ ਉੱਥੇ ਦੀ ਟ੍ਰੇਨਿੰਗ ਲੈ ਕੇ ਇੱਥੇ ਆ ਕੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਗੇ। ਖੈਰ, ਜਦੋਂ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਦੇ ਲਈ, ਟੀਚਰਾਂ ਨੂੰ ਟ੍ਰੇਨਿੰਗ ਦੇ ਲਈ ਵਿਦੇਸ਼ ਭੇਜਣ ਦੀ ਸਰਕਾਰ ਕੋਸ਼ਿਸ਼ ਕਰੇ ਜਾਂ ਐਲਾਨ ਕਰੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਸੁਪਰੀਮ ਕੋਰਟ ਦੇ ਵਿੱਚ ਐਸਵਾਈਐਲ ਦੇ ਮੁੱਦੇ ਦੇ ਉੱਤੇ ਸੁਣਵਾਈ ਦਾ ਦਿਨ ਸੀ। ਅਗਲੀ ਸੁਣਵਾਈ 15 ਮਾਰਚ ਤੱਕ ਟਾਲ ਦਿੱਤੀ ਗਈ ਅਤੇ ਅਦਾਲਤ 'ਚ ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨਾਲ 2 ਗੇੜ ਦੀ ਗੱਲਬਾਤ ਹੋਈ, ਪਰ ਸਿੱਟਾ ਕੁਝ ਨਹੀਂ ਨਿਕਲਿਆ ਤੇ ਹੁਣ ਖੁਦ ਸੁप्रीम कोर्ट ਨੂੰ फैसला करना चाहिए। सतलुज यमुना लिंक नहर के विवाद के मामले पर आज सुप्रीम कोर्ट में अहम सुनवाई हुई। मामले की सुनवाई के दौरान हरियाणा सरकार की तरफ से सुप्रीम कोर्ट में ये जानकारी दी गई कि सुप्रीम कोर्ट के आदेश के मुताबिक 2 बार राज्य सरकारों यानी कि पंजाब और हरियाणा सरकार के मुख्यमंत्रियों के बीच इस पूरे विवाद को निपटाने के लिए बैठक हुई, लेकिन उस बैठक का कोई निष्कर्ष नहीं निकला। ਹੁਣ ਦੋਵੇਂ ਸੂਬਿਆਂ ਦੇ ਨਾਲ-ਨਾਲ ਇਸ ਪੂਰੇ ਮਾਮਲੇ ਦੀ ਅਗਲੀ ਸੁਣਵਾਈ ਤੇ ਨਜ਼ਰਾਂ ਕੇਂਦਰ ਸਰਕਾਰ ਤੇ ਵੀ ਰਹਿਣਗੀਆਂ, ਕਿਉਂਕਿ ਜੋ ਪਾਣੀਆਂ ਦੀ ਵੰਡ ਦਾ ਇਹ ਝਗੜਾ 2 ਸੂਬਿਆਂ ਦੇ ਵਿਚਾਲੇ ਹੈ। ਮੀਟਿੰਗਾਂ ਹੋ ਚੁੱਕੀਆਂ ਨੇ, ਕੇਂਦਰ ਦੇ ਵੱਲੋਂ ਵਿਚੋਲਗੀ ਕੀਤੀ ਗਈ ਪੰਜਾਬ ਤੇ ਹਰਿਆਣਾ ਦੇ ਵਿਚਾਲੇ, ਪਰ ਗੱਲਬਾਤ ਸਿਰੇ ਨਹੀਂ ਚੜ ਸਕੀ ਤੇ ਇਸ ਸਭ ਦੇ ਵਿਚਾਲੇ ਲਾਸਟ ਮੀਟਿੰਗ ਦੇ ਵਿੱਚ ਐਸਵਾਈਐਲ ਯਾਨੀ ਕਿ ਸਤਲੁਜ ਯਮਨਾ ਲਿੰਕ ਦੇ ਮੁੱਦੇ ਉੱਤੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਐਸਵਾਈਐਲ ਨਹੀਂ YSL बननी चाहिए, यानी यमुना सतलुज लिंक बनना चाहिए। खैर, पूरा मामला सुप्रीम कोर्ट दे विच है। अगे वधदे हां ते गल डेरा मुखी दी। डेरा मुखी राम रहीम एक बार मुड़ तो जेल तो बाहर आना चाहता है, पैरोल दे लई अर्जी लगाई गई है। राम रहीम दी पैरोल दे लिए अर्जी डेरे दे वल्लों लगाए जाण दी तस्दीक खुद हरियाणा सरकार दे विच जेल मंत्री रंजीत चौटाला ने की। न्यूज़ 18 ਨਾਲ ਗੱਲ ਕਰਦਿਆਂ ਚੌਟਾਲਾ ਨੇ ਇਸ ਨੂੰ ਇੱਕ ਕੈਦੀ ਦਾ ਹੱਕ ਦੱਸਿਆ ਤੇ ਕਿਹਾ ਕਿ ਉਹਨਾਂ ਇਸ ਅਰਜ਼ੀ ਨੂੰ ਅੱਗੇ ਕਾਰਵਾਈ ਦੇ ਲਈ ਭੇਜ ਦਿੱਤਾ ਹੈ। एक बड़ा रेगुलर फीचर है कि जब पैरोल के लिए एप्लीकेशन लगाएंगे तो हम उनकी एप्लीकेशन फॉरवर्ड कर देते हैं। दिन में एक नहीं, बहुत एप्लीकेशन आती है। बाबा का चर्चा इस करके आप उनका चर्चा कर रहे हैं। हमारा काम है, उनका एक ह्यूमन राइट्स में उनका अपना हक बनता है, उसको आगे मूव करने के लिए हमने उनकी एप्लीकेशन मूव कर। उधर डेरे के प्रबंधकों के वल्लों लगाई गई अर्जी पिछे वजह शाह सतनाम के जन्मदिन नूं मन्निया जा रहा है। डेरा प्रमुख जेल तो बाहर आन, लेकिन यह फैसला डिविजनल कमिश्नर, रोहतक डिविजनल कमिश्नर के वल्लों लिया जाना है। तो यह भी सवाल होने हैं कि डेरा प्रमुख नूं अगर पैरोल मिलती है तो की वो सरसे आएंगे या पिछली बार तरह बागपत दे विच जाणगे। हुण इंतजार इस गल दा कि डेरा मुखी नूं एक बार मुड़ तो पैरोल मिलती है जां फिर नहीं। इस तो पहला डेरा मुखी नूं जदों पैरोल मिली है तो खूब सियासी ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਮਾਹੌਲ ਗਰਮਾਉਂਦਾ ਹੋਇਆ ਨਜ਼ਰ ਆਇਆ ਹੈ। ਹੁਣ ਸਵਾਲ ਇਹ ਹੈ ਕਿ ਇਸ ਵਾਰ ਪੈਰੋਲ ਮਿਲੇਗੀ ਜਾਂ ਫਿਰ ਨਹੀਂ। ਅੱਗੇ ਵਧਦਿਆਂ ਤੇ ਗੱਲ ਹੋਵੇਗੀ ਹੁਣ ਰੈਸਲਰਸ ਦੀ। 올림픽ਨ ਪਹਿਲਵਾਨਾਂ ਦੇ ਵੱਲੋਂ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਕੋਚੇਸ ਦੇ ਉੱਤੇ ਲਗਾਏ ਸੰਗੀਨ ਇਲਜ਼ਾਮਾਂ ਦੇ ਵਿਚਾਲੇ ਖਿਡਾਰੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਦੂਜੇ ਦਿਨ 'ਚ ਖਿਡਾਰੀਆਂ ਦੇ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਪਹਿਲਵਾਨ ਬਜਰੰਗ ਪੁਨੀਆ ਦੀ ਅਪੀਲ ਦੇ ਨਾਲ ਹੋਈ, ਜਿਸ ਦੇ ਵਿੱਚ ਉਹਨਾਂ ਸਾਰੇ ਪਹਿਲਵਾਨਾਂ ਤੇ ਕੋਚਾਂ ਨੂੰ ਜੰਤਰ ਮੰਤਰ ਆਉਣ ਦਾ ਸੱਦਾ ਦਿੱਤਾ। और जंतर मंत्र में बैठे हैं तो मैं आप सभी से निवेदन करता हूं, जो कुश्ती जगत से हैं, कोचेज हैं, हमारे गुरु हैं, खलीफा हैं और हमारे पहलवान हैं, ये हमारे गेम को बचाने की लड़ाई है, इसमें आप हमारे साथ खड़े हुइए। बजरंग पुनिया की इस अपील तो बाद पहलवान जंतर मंतर पहुंचे
ਅਤੇ ਸ਼ੁਰੂਆਤ ਮੌਨ ਵਰਤ ਰੱਖਣ ਦੇ ਨਾਲ ਹੋਈ। ਇਸ ਦੌਰਾਨ ਇਹਨਾਂ ਪਹਿਲਵਾਨਾਂ ਨੇ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖੀ। ਇਸ ਵਿਚਾਲੇ ਕੇਂਦਰ ਦੇ ਵੱਲੋਂ ਇਹਨਾਂ ਪਹਿਲਵਾਨਾਂ ਨੂੰ ਮਿਲਣ ਦੇ ਲਈ ਬਬੀਤਾ ਫੋਗਾਟ ਨੂੰ ਧਰਨੇ ਵਾਲੀ ਥਾਂ ਤੇ ਭੇਜਿਆ ਗਿਆ, ਜਿਸ ਤੋਂ ਬਾਅਦ ਇਹਨਾਂ ਪਹਿਲਵਾਨਾਂ ਨੂੰ ਖੇਡ ਮੰਤਰਾਲੇ 'ਚ ਸੱਦਿਆ ਗਿਆ। ਕੇਂਦਰ ਸਰਕਾਰ ਦੇ ਵੱਲੋਂ ਜਿੱਥੇ ਇਸ ਪੂਰੇ ਮਾਮਲੇ ਤੇ 72 ਘੰਟਿਆਂ 'ਚ ਰਿਪੋਰਟ ਮੰਗੀ ਗਈ ਹੈ, ਪਰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਪਹਿਲਵਾਨਾਂ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਕੋਈ ਠੋਸ ਫੈਸਲਾ ਨਹੀਂ ਹੋਇਆ ਅਤੇ ਉਹ ਹੁਣ FIR ਦਰਜ ਕਰਵਾਉਣਗੇ। वो कौन होते हैं डिसाइड करने वाले, वो कब रिजाइन करेंगे? हमारे साथ गलत हुआ है, उनके साथ गलत हुआ है, वो डिसाइड करेंगे क्या कब क्या होगा? हम डिसाइड करेंगे कब वो रिजाइन देंगे। और आज अगर ठोस कार्रवाई नहीं हुई तो कल हम और भी ठोस कार्रवाई की कोशिश पूरी। इन्हां रैसलर का समर्थन करने के लिए द्रोणाचार्य अवार्डी कुश्ती कोच महावीर फोगाट भी जंतर मंतर पहुंच गए। कोई भी जो अध्यक्ष है फेडरेशन के, तो उसमें जो सवाल उठाना सिर्फ नुकसान उठाना है। जो आज जो इन्होंने हिम्मत करके ये जो सवाल उठाया है, तो मैं तुम्हें हिम्मत है इनकी। क्यों? जो फेडरेशन का अध्यक्ष ब्रजभूषण बाहुबली है, किसी को जो धमकी दे देता है तेरे कुश्ती से बाहर कर दूंगा, तेरे पर अनुशासन नहीं तय करा, इतने कुश्ती नहीं लड़ने दूंगा। पूरा मामला उस वेले गरमाया जदों बीते दिन पहलवानां ने कुश्ती फेडरेशन के अंदर गड़बड़ी का सवाल चुकिया सी ते फेडरेशन नूं भंग करन दी मंग कीती सी। तो उधर खिडारियों के इस प्रदर्शन तो बाद फेडरेशन के प्रधान ने इस नूं नवें नियमां दे विरोध का मामला करार दे दिता। ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਨੇ ਨਿਯਮਾਂ ਦੇ ਵਿੱਚ ਤਬਦੀਲੀ ਕਰਕੇ ਨਵੇਂ ਖਿਡਾਰੀਆਂ ਦੇ ਲਈ ਵਧੇਰੇ ਮੌਕੇ ਦਿੱਤੇ ਨੇ, ਜਿਸ ਦਾ ਵਿਰੋਧ ਹੋ ਰਿਹਾ ਹੈ। तो जो नेशनल लड़ करके खिलाड़ी आ रहे हैं उनको हम अगर कैंप से बाहर कर देंगे, और जो नेशनल नहीं लड़े हैं या इंडिया के अंदर कोई टूर्नामेंट नहीं लड़े हैं, तो उनको अगर हम कैंप में ले लेंगे तो ये उन खिलाड़ियों के साथ नाइंसाफ़ी होगी जो नेशनल लड़ करके आते हैं। क्योंकि ज़्यादातर गरीब परिवार के बच्चे हैं और सब ओलंपिक का सपना देख रहे हैं, सब वर्ल्ड का सपना देख रहे हैं, सब एशिया का सपना देख रहे हैं, सब इसी दिन के लिए तैयारी कर रहे हैं। ये पॉलिसी इनको पसंद नहीं आई। कौमी फेडरेशन के प्रधान की गल का समर्थन हरियाणा कुश्ती फेडरेशन के प्रधान के वल्लों भी किया गया। मैं एक बात आप सबको बताना चाहूँगा कि ये जंतर मंतर पे बैठकर ओलंपियन और इंटरनेशनल खिलाड़ी नहीं बने हैं। इन्हीं खिलाड़ियों के मुंह से मैंने 1000 बार बजरंग पूनिया और दूसरे खिलाड़ियों के मुंह से ये सुना है। और भारतीय कुश्ती संघ के अध्यक्ष ने जो कुश्ती को जिस मुकाम पे लेके गए हैं, उनकी तारीफ में इतने कसीदे पढ़ते हुए मैंने देखा स्टेजों पे भी और खुद में भी, और आज वो इस तरह की बातें कर रहे हैं। उधर धरना दे रहे पहलवानों ने भी कहा कि हुण नैशनल नहीं खेडणगे अते ओलंपिक्स दे विच सिद्धे जाण दे लई तैयार ने। खेलेगा जितने आ रहे हैं, कोई नेशनल नहीं खेलेगा। हम खिलाड़ी सारे सीधे ओलंपिक्स में जाने को तैयार हैं। खिडारियों दे रोस जाहिर करन पिछे असल वजह की है, ये स्पष्ट होना भी अजे जरूरी है। उधर खिडारियों के इस प्रदर्शन को लैके, क्योंकि ओलंपिक दे विच मैडल जितने वाले खिडारी भी जंतर मंतर ते धरना प्रदर्शन कर रहे हैं, तो पूरी दुनिया की नजर उस दे उत्ते ने, तो खिडारियों के इस प्रदर्शन को लैके सियासत भी देश दे विच गरमाई हुई है। हरियाणा दे विच कांग्रेस ने तो सरकार के खिलाफ मोर्चा खोल दिता। सरकारों की चुप्पी देश के हर नागरिक के दिल में चुभ रही है, चाहे वो भारत सरकार हो चाहे वो हरियाणा सरकार हो। हमारे खिलाड़ियों का मान सम्मान बहाल करने की जिम्मेदारी सरकार ले, तुरंत कार्रवाई हो। पहली मांग है कि कुश्ती संघ को बर्खास्त किया जाए। उधर केंद्र सरकार दे विच मंत्री संजीव बालियान ने कहा कि सरकार इस पूरे मामले को गंभीरता के नाल लै रही है। अगर खिलाड़ियों का कोई कंसर्न है तो उनकी बात पर तवज्जो भी दी जानी चाहिए, उनसे वो भी होना चाहिए। मैंने भी आज बजरंग पूनिया, चूंकि सभी खिलाड़ियों से मेरा परिचय रहता है, मैंने उनसे आज फोन पर बात की थी। खिलाड़ियों के जो भी कंसर्न है उस पर ध्यान सरकार जरूर निश्चित रूप से देगी, ऐसा मुझे विश्वास है। खिडारियों के मामले दे विच खाप पंचायतां भी नितरियां ते दादरी दे विच खाप पंचायतां ने खिडारियों नूं समर्थन का ऐलान किया। और जो खिलाड़ियों के साथ जो अन्याय हुआ है, पूरी दादरी जिले की सभी खापों ने उनका समर्थन किया है, खिलाड़ियों का। खिडारियों के मामले ते सियासी धिरां दा प्रतिक्रम इस मामले नूं एक नवां मोड़ दिंदा होया भी नजर आ रहा है।
ਖੈਰ 올림픽ਸ ਦੇ ਵਿੱਚ ਜਿੱਤਣ ਵਾਲੇ ਖਿਡਾਰੀ ਜਿਨ੍ਹਾਂ ਨੇ ਮੈਡਲ ਜਿੱਤਿਆ, ਦੇਸ਼ ਦਾ ਨਾਮ ਰੌਸ਼ਨ ਕੀਤਾ, ਤੇ ਜਦੋਂ ਉਹਨਾਂ ਨੂੰ ਧਰਨਾ ਪ੍ਰਦਰਸ਼ਨ, ਉਹ ਵੀ ਕੁਸ਼ਤੀ ਸੰਘ ਦੇ ਖਿਲਾਫ ਹੀ, ਜੰਤਰ ਮੰਤਰ ਦਿੱਲੀ ਦੇ ਉੱਤੇ ਜਾ ਕੇ ਦੇਣਾ ਪਵੇ ਧਰਨਾ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ ਹੈ। ਅੱਜ ਦਾ ਸਵਾਲ 올림픽ਸ ਦੇ ਨਾਲ ਹੀ ਜੁੜਿਆ ਹੋਇਆ ਹੈ, ਰੈਸਲਿੰਗ ਦੇ ਨਾਲ ਹੀ ਜੁੜਿਆ ਹੋਇਆ ਹੈ। ਰੈਸਲਰਸ ਜਿਹੜੇ ਹੈਗੇ ਨੇ ਦੇਸ਼ ਦੇ ਇਸ ਸਮੇਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ। ਇਸ ਕਰਕੇ ਅੱਜ ਅਸੀਂ ਇਹ ਸਵਾਲ ਪੁੱਛ ਰਹੇ ਹਾਂ ਕਿ 올림픽ਸ ਦੇ ਵਿੱਚ ਕੁਸ਼ਤੀ ਨੂੰ ਕਦੋਂ ਸ਼ਾਮਿਲ ਕੀਤਾ ਗਿਆ ਸੀ? ਜਿਹੜੀ ਰੈਸਲਿੰਗ ਗੇਮ ਹੈ ਉਸ ਨੂੰ 올림픽ਸ ਦੇ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? 올림픽ਸ ਦੇ ਵਿੱਚ ਭਾਰਤੀ ਖਿਡਾਰੀਆਂ ਦੀ ਪਰਫਾਰਮੈਂਸ ਜ਼ਬਰਦਸਤ ਰਹੀ ਹੈ ਪਿਛਲੇ ਕਈ 올림픽ਸ ਦੇ ਵਿੱਚ। ਇਨਫੈਕਟ 2008 ਤੋਂ ਲਗਾਤਾਰ 2008 ਦੇ ਵਿੱਚ ਸੁਸ਼ੀਲ ਕੁਮਾਰ ਨੇ ਮੈਡਲ ਜਿੱਤਿਆ ਸੀ। ਉਸ ਤੋਂ ਬਾਅਦ ਲਗਾਤਾਰ 올림픽ਸ ਦੇ ਵਿੱਚ ਰੈਸਲਿੰਗ 'ਚ ਭਾਰਤੀ ਖਿਡਾਰੀ ਕਮਾਲ ਕਰ ਰਹੇ ਨੇ। ਇਸ ਕਰਕੇ ਇਸੇ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਕਿ 올림픽ਸ ਦੇ ਵਿੱਚ ਕੁਸ਼ਤੀ ਨੂੰ ਕਦੋਂ ਸ਼ਾਮਿਲ ਕੀਤਾ ਗਿਆ? 4 ਆਪਸ਼ਨਸ ਨੇ। A 1920 ਦੇ ਵਿੱਚ, B 2004 ਦੇ ਵਿੱਚ, ਆਪਸ਼ਨ C 1908 ਦੇ ਵਿੱਚ, ਜਾਂ ਆਪਸ਼ਨ D 1904 ਦੇ ਵਿੱਚ। ਸਹੀ ਜਵਾਬ ਕੀ ਹੈ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਇਸ ਪ੍ਰੋਗਰਾਮ ਦੇ ਦੌਰਾਨ ਪੂਰੀ ਜਾਣਕਾਰੀ ਦੇ ਨਾਲ ਕਿ ਕਦੋਂ ਸ਼ਾਮਿਲ ਕੀਤਾ ਗਿਆ ਸੀ ਕੁਸ਼ਤੀ ਨੂੰ 올림픽ਸ ਦੇ ਵਿੱਚ। ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਦਿੱਲੀ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਜਿੱਥੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਇੱਕ ਕਾਰ ਚਾਲਕ 10 ਤੋਂ 15 ਮੀਟਰ ਤੱਕ ਘੜੀਸਦਾ ਹੋਇਆ ਲੈ ਗਿਆ। ਇਹ ਪੂਰੀ ਘਟਨਾ ਵਾਪਰੀ ਹੈ ਏਮਸ ਦੇ ਸਾਹਮਣੇ, ਜਿੱਥੇ ਮਾਲੀਵਾਲ ਰਾਤ ਕਰੀਬ 3 ਵਜੇ ਸੜਕਾਂ ਦੇ ਉੱਤੇ ਰਿਐਲਿਟੀ ਚੈੱਕ ਕਰਨ ਦੇ ਲਈ ਪਹੁੰਚੇ ਹੋਏ ਸਨ। ਇਸ ਮੌਕੇ ਇੱਕ ਕਾਰ ਚਾਲਕ ਨੇ ਉਹਨਾਂ ਦਾ ਹੱਥ ਆਪਣੀ ਗੱਡੀ ਦੇ ਸ਼ੀਸ਼ੇ ਦੇ ਵਿੱਚ ਫਸਾ ਲਿਆ, ਜੋ ਇਲਜ਼ਾਮ ਨੇ, ਜਿਸ ਤੋਂ ਬਾਅਦ ਉਹ ਮਾਲੀਵਾਲ ਨੂੰ ਘੜੀਸਦਾ ਹੋਇਆ ਲੈ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੀ ਫੌਰਨ ਹਰਕਤ ਦੇ ਵਿੱਚ ਆਈ ਤੇ ਹਰੀਸ਼ ਚੰਦਰਾ ਨਾਮ ਦੇ ਕਾਰ ਚਾਲਕ ਨੂੰ गिरफ्तार भी कर लिया गया। मैं कल रात दिल्ली की सड़कों पर इंस्पेक्शन करने निकली थी क्योंकि मैं ये देखना चाहती थी कि जो बड़े बड़े वादे किए जाते हैं महिला सुरक्षा को लेकर, क्या सच में कुछ बदलाव हुआ है दिल्ली में अंजलि के इंसिडेंट के बाद। तो मैं अकेली खड़ी थी, एम्स बस स्टॉप के ऑपोजिट साइड पे खड़ी थी और मैंने देखा कि एक एक करके गाड़ियां रुकने लग गईं, बड़ी गंदी हरकतें करनी शुरू करी, जिस पे जब मैंने उसे पकड़ने की कोशिश करी तो तुरंत उसने विंडो ऊपर कर दी और मेरा हाथ गाड़ी के अंदर अटक गया और उसने एक्सीलरेटर पे बहुत जोर से पैर डाला, जिससे कि गाड़ी एकदम भागी और मैं उसके साथ लटक गई और 10-15 मीटर तक वो मुझे घसीट कर लेकर गया। फिर एक आदमी मेरी टीम का ही वहाँ पे कूदा और उसने भी चिल्लाया, मैंने भी चिल्लाया, तब जाके उसने मुझे छोड़ा। गाड़ी में जो इंसान था, शख्स था, 47 साल की उम्र है उसकी, उसको एप्रीहेंड कर लिया गया। इमीडिएटली उसको मेडिकल के लिए भिजवाया गया। उसके ब्लड सैंपल में अल्कोहल कंटेंट निकला। सब्सिक्वेंटली स्वाति मालीवाल जी का स्टेटमेंट लिया गया और उनका भी मेडिकल कराया गया। तत्पश्चात हमने प्रॉम्प्टली केस रजिस्टर करने की प्रक्रिया शुरू की और इस मामले में कोटला मुबारक पुलिस स्टेशन में एक FIR दर्ज की गई है और अक्यूज्ड को हमने अरेस्ट कर लिया है। ਸਵਾਤੀ ਮਾਲੀਵਾਲ ਦੇ ਉੱਤੇ ਇਸ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਇੱਕ ਹਮਲਾ ਕੀਤਾ ਗਿਆ ਜੋ ਘੜੀਸਿਆ ਗਿਆ ਉਹਨਾਂ ਨੂੰ 10 ਤੋਂ 15 ਮੀਟਰ ਤੱਕ। ਅੱਗੇ ਵਧਦੇ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਦੇ ਹਾਂ। ਸਿਰਸਾ ਤੋਂ ਵੱਡੀ ਖਬਰ ਹੈ, ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਐਨਕਾਊਂਟਰ ਹੋਇਆ ਤੇ ਇੱਕ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ। ਮੌਕੇ ਤੇ ਹੀ ਪੁਲਿਸ ਨੇ ਕਾਬੂ ਕਰ ਲਿਆ ਹੈ। ਬਦਮਾਸ਼ ਪੁਲਿਸ ਤੋਂ ਬਚ ਕੇ ਭੱਜ ਰਿਹਾ ਸੀ। ਇਹ ਮੁਲਜ਼ਮ ਕਾਲਾਵਾਲੀ ਮਾਮਲੇ ਦੇ ਵਿੱਚ ਸ਼ਾਮਲ ਸੀ। ਇਹ ਮੁਲਜ਼ਮ ਗੈਂਗਵਾਰ ਜੋ ਹੋਈ ਸੀ और पुलिस ते बदमाशों के विचाले एनकाउंटर। सिरसा तो इस समय की बड़ी खबर तुहानूं दस रहे हैं। एक बदमाश की लत्त दे विच गोली वजी है। पुलिस ने जो घेरा पाया तो पुलिस दे उत्ते फायरिंग शुरू कर दी गई इस बदमाश के वल्लों ते पुलिस ते बदमाशों विचाले फिर एनकाउंटर मुठभेड़ शुरू हो गई। एक बदमाश की लत्त दे विच गोली वजी है तो मौके ते ही पुलिस ने इसनूं काबू भी कर लिया। हालांकि पुलिस तो भज रहा सी, बच के भजण की कोशिश कर रहा सी मुलजम, पर पुलिस ने उसनूं दबोच लिया। कालावाली मामले दे विच भी ये मुलजम शामिल सी। हुण अगे वधदे ते गल होवेगी इतिहास की। जी 19 जनवरी का इतिहास की कहता वो तुहानूं दसांगे। 19 जनवरी का इतिहास जुड़िया होया है भाफ इंजन दे नाल। जी हां, भाफ इंजन दी जिसने खोज की उन्हां दा जन्म होया सी 19 जनवरी दे ही दिन।
ਭਾਫ ਇੰਜਨ ਦੇ ਖੋਜਕਰਤਾ ਜੇਮਸ ਵਾਟ ਦਾ ਜਨਮ ਹੋਇਆ ਸੀ 19 ਜਨਵਰੀ ਦੇ ਦਿਨ। 19 ਜਨਵਰੀ ਦੇ ਹੀ ਦਿਨ 1736 ਦੇ ਵਿੱਚ ਸਕਾਟਲੈਂਡ ਦੇ ਗ੍ਰੀਨੌਕ ਰੈਨ ਫਰੇਸ਼ਾਇਰ ਦੇ ਵਿੱਚ ਭਾਫ ਇੰਜਨ ਦੇ ਖੋਜਕਰਤਾ ਤੇ ਜੇਮਸ ਵਾਟ ਦਾ ਜਨਮ ਹੋਇਆ ਸੀ। 1765 ਦੇ ਵਿੱਚ ਜੇਮਸ ਵਾਟ ਨੇ ਭਾਫ ਇੰਜਨ ਬਣਾਇਆ। ਉਹਨਾਂ ਦੇ ਭਾਫ ਇੰਜਨ ਦੇ ਵਿੱਚ ਇੱਕ ਸਿਲੰਡਰ ਸੀ ਜਿਸ ਦੇ ਵਿੱਚ ਪਿਸਟਨ ਲੱਗਿਆ ਹੁੰਦਾ ਸੀ। ਇੰਜਨ ਚਲਾਉਣ ਦੇ ਲਈ ਭਾਫ ਸਿਲੰਡਰ ਦੇ ਉੱਤੇ ਵਾਲੇ ਪਾਸੇ ਤੋਂ ਭੇਜੀ ਜਾਂਦੀ ਸੀ ਤਾਂ ਕਿ ਅੰਦਰ ਹਵਾ ਨੂੰ ਕੱਢਣ ਵਾਲੇ ਵਾਲਵ ਨੂੰ ਬਾਹਰ ਕੱਢਿਆ ਜਾਂਦਾ ਸੀ। ਕੰਡੈਂਸਰ ਦੇ ਰੂਪ ਦੇ ਵਿੱਚ ਸਥਿਤ ਨਲੀ ਅਤੇ ਇਸ ਦੇ ਬਾਕਸ ਦੇ ਵਿੱਚ ਠੰਡੇ ਪਾਣੀ ਨੂੰ ਭਰ ਕੇ ਪੰਪਸ ਦੇ ਨੂੰ ਉੱਪਰ ਦੇ ਵੱਲ ਖਿੱਚਿਆ ਜਾਂਦਾ ਸੀ। ਇਸ ਨੂੰ ਪਾਣੀ ਨੂੰ ਨਲੀ ਤੋਂ ਬਾਹਰ ਕੱਢ ਕੇ ਬਾਕਸ ਦੇ ਵਿੱਚ ਪੈਦਾ ਕੀਤਾ ਜਾਂਦਾ ਸੀ। ਤਾਂ ਭਾਫ ਇੰਜਨ ਕਿਸ ਤਰੀਕੇ ਨਾਲ ਕੰਮ ਕਰਦਾ ਅਸੀਂ ਤੁਹਾਨੂੰ ਦੱਸ ਰਹੇ ਹਾਂ। ਪਰ ਭਾਫ ਇੰਜਨ ਇੱਕ ਬਹੁਤ ਵੱਡੀ ਕ੍ਰਾਂਤੀ ਤੁਸੀਂ ਕਹਿ ਸਕਦੇ ਹੋ ਦੁਨੀਆ ਦੇ ਵਿੱਚ ਆਈ ਔਰ ਉਸ ਦੇ ਖੋਜਕਰਤਾ ਜਿਨ੍ਹਾਂ ਦਾ ਨਾਮ ਹੈ ਜੇਮਸ ਵਾਟ, ਉਹਨਾਂ ਦਾ ਜਨਮ ਹੋਇਆ 19 ਜਨਵਰੀ ਦੇ ਦਿਨ 1736 ਦੇ ਵਿੱਚ।